ਵਿਚਾਲੇ ਸਿਮਰਨਜੀਤ ਸਿੰਘ ਮਾਨ ਨੇ ਫਿਰ ਤੋਂ ਆਪਣੇ ਨਾਨੇ ਦੀ ਹਮਾਇਤ ਕੀਤੀ ਹੈ। ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਿਰੋਪਾ ਦੇਣ ਨੂੰ ਜਾਇਜ਼ ਦੱਸਿਆ ਹੈ। ਕਿਹਾ ਕਿ ਮੇਰੇ ਨਾਨੇ ਨੇ ਦਰਬਾਰ ਸਾਹਿਬ ਦੀ ਅਜ਼ਮਤ ਰੱਖੀ ਸੀ, ਡਾਇਰ ਨੂੰ ਸਿਰੋਪਾ ਦੇ ਕੇ ਉਸਦਾ ਗੁੱਸਾ ਸ਼ਾਂਤ ਕੀਤਾ ਸੀ, ਹਰਮੰਦਰ ਸਾਹਿਬ ਤੇ ਅਟੈਕ ਕਰਨ ਤੋਂ ਰੋਕਿਆ ਸੀ। ਇਹ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਹੈ। ਉਹਨਾਂ ਨੇ ਕਿਹਾ ਕਿ ਜਲਿਆਂਵਾਲੇ ਬਾਗ ਤੇ ਬਰਤਾਨੀਆ ਦੀ ਸਰਕਾਰ ਨੇ ਬੰਬਾਰੀ ਕਰਾਉਣੀ ਸੀ, ਇਸ ਤੋਂ ਰੋਕਣ ਦੇ ਲਈ ਇਹਨਾਂ ਨੇ ਕਿਹਾ ਕਿ ਪ੍ਰੋਸੈਸ਼ਨ ਨਹੀਂ ਸੀ ਹੁੰਦਾ, ਉਸ ਵੇਲੇ ਬੰਬ ਕਿਤੇ ਵੀ ਡਿੱਗ ਸਕਦਾ ਸੀ, ਇੰਨਾ ਪ੍ਰੋਸੈਸ਼ਨ ਨਹੀਂ ਹੁੰਦਾ ਸੀ ਤੇ ਹਰਮੰਦਰ ਸਾਹਿਬ ਨੂੰ ਬਚਾਉਣ ਦੇ ਲਈ ਜਨਰਲ ਡਾਇਰ ਦਾ ਗੁੱਸਾ ਸ਼ਾਂਤ ਕਰਨ ਦੇ ਲਈ ਨਾਨੇ ਨੇ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸ਼ਾਂਤ ਕੀਤਾ ਸੀ, ਗੁੱਸਾ ਸ਼ਾਂਤ ਕੀਤਾ ਸੀ, ਹਰਮੰਦਰ ਸਾਹਿਬ ਤੇ ਅਟੈਕ ਕਰਨ ਤੋਂ ਰੋਕਿਆ ਸੀ। ਤਾਂ ਇੱਕ ਵਾਰ ਫਿਰ ਤੋਂ ਨਾਨੇ ਦੀ ਹਮਾਇਤ ਨਜ਼ਰ ਆਏ ਨੇ। ਕਿਹਾ ਹੈ ਕਿ ਅਰੂੜ ਸਿੰਘ ਦੇ ਵੱਲੋਂ ਜਨਰਲ ਡਾਇਰ ਨੂੰ ਸਿਰੋਪਾ ਦੇਣਾ श्री दरबार साहिब की अजमत कायम रखने के लिए सी। मेरे नाना जी की गलबात बहुत हो रही है कि उन्होंने सरोपा दिता सी, पर याद रखो जिहड़ी गोली चलाई है जलियांवाले बाग ये गोरखा रेजिमेंट ने चलाई सी, जिहड़े हिंदू हैगे है, ठीक है, उहदा जिक्र आना चाहिए है, क्यों करके मैनू ਐਵੇਂ बदनाम किया जा रहा है। नाना जी ने ਸਰੋਪਾ ਦਿੱਤਾ ਸੀਗਾ ਡਾਇਰ ਨੂੰ, ਉਹਨੂੰ ਠੰਡਾ ਕਰਨ ਦੇ ਲਈ, ਕਿਉਂ ਕਰਕੇ ਬਰਤਾਨੀਆ ਦੀ ਸਰਕਾਰ ਜਲਿਆਂਵਾਲੇ ਬਾਗ ਦੇ ਉੱਤੇ ਬੰਬਬਾਰੀ ਕਰਨਾ ਚਾਹੁੰਦੀ ਸੀ। ਉਹਨਾਂ ਦਿਨਾਂ ਦੇ ਵਿੱਚ ਬੰਬ ਇੰਨੇ ਪ੍ਰੈਸੀਜਨ ਨਹੀਂ ਹੁੰਦੀ ਸੀਗੀ ਕਿ ਜਿੱਥੇ ਨਿਸ਼ਾਨਾ ਮਾਰੀਏ ਉੱਥੇ ਡਿੱਗ ਪੈਣੇ। ਦਰਬਾਰ ਸਾਹਿਬ ਦੇ ਵਿੱਚ ਜੇ ਡਿੱਗ ਜਾਂਦਾ ਸਿੱਖਾਂ ਦੀ ਆਫਤ ਆ ਜਾਣੀ ਸੀਗੀ। ਔਰ ਜਿਹੜਾ ਖਾਲਸਾ ਕਾਲਜ ਦਾ ਅੰਗਰੇਜ਼ ਪ੍ਰਿੰਸੀਪਲ ਸੀ ਉਸ ਨੇ ਮੇਰੇ ਨਾਨਾ ਜੀ ਨੂੰ ਕਿਹਾ ਕਿ ਤੁਸੀਂ ਡਾਇਰ ਨੂੰ ਠੰਡਾ ਕਰੋ ਜਿਹਦੇ ਨਾਲ ਇਹਨੂੰ ਸ਼ਾਂਤ ਹੋਵੇ। ਤਾਂ ਸਿਮਰਨਜੀਤ ਸਿੰਘ ਮਾਨ ਨੇ ਇਹ ਬਿਆਨ ਦਿੱਤਾ ਹੈ, ਨਾਨੇ ਦੀ ਫਿਰ ਤੋਂ ਹਮਾਇਤ ਕੀਤੀ ਹੈ। ਕਿਹਾ ਹੈ ਕਿ ਉਸ ਵੇਲੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਗੁੱਸਾ ਸ਼ਾਂਤ ਕਰਨ ਦੇ ਲਈ। ਕਿਹਾ ਕਿ ਉਸ ਵੇਲੇ ਬਰਤਾਨੀਆ ਸਰਕਾਰ ਨੇ ਜਲਿਆਂਵਾਲਾ ਬਾਗ ਤੇ ਬੰਬਾਰੀ ਕਰਨੀ ਸੀ, ਲੇਕਿਨ ਉਸ ਵੇਲੇ ਇੰਨਾ ਪ੍ਰੋਸੈਸ਼ਨ ਨਹੀਂ ਸੀ ਹੁੰਦਾ, ਬੰਬ ਕਿਤੇ ਸੁੱਟਿਆ ਜਾਂਦਾ ਤਾਂ ਕਿਤੇ ਹੋਰ ਵੀ ਡਿੱਗ ਸਕਦਾ ਸੀ। ਦਰਬਾਰ ਸਾਹਿਬ ਨੂੰ ਬਚਾਉਣ ਦੇ ਲਈ ਉਸ ਦਾ ਗੁੱਸਾ ਸ਼ਾਂਤ ਕਰਨ ਦੇ ਲਈ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ। ਤਾਂ ਇਹ ਸਿਮਰਨਜੀਤ ਸਿੰਘ ਮਾਨ ਕਹਿੰਦੇ ਨਜ਼ਰ ਆਏ ਨੇ ਤੇ ਨਾਲ ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਸ਼ਹੀਦ ਭਗਤ ਸਿੰਘ ਨੂੰ ਲੈ ਕੇ ਵੀ ਆਪਣੇ ਬਿਆਨ ਦੇ ਉੱਤੇ ਕਾਇਮ ਨੇ, ਕਹਿ ਰਹੇ ਨੇ ਕਿ ਮੈਂ ਮਾਫੀ ਨਹੀਂ ਮੰਗਾਂਗਾ, ਸਾਫ਼ ਇਨਕਾਰ ਕੀਤਾ ਹੈ। ਜਿਹੜੀ ਗੱਲ ਹੈ ਕਿ ਮੇਰੇ ਨਾਨਾ ਜੀ ਦੀ ਗੱਲਬਾਤ ਬਹੁਤ ਹੋ ਰਹੀ ਹੈ ਕਿ ਉਹਨਾਂ ਨੇ ਸਰੋਪਾ ਦਿੱਤਾ ਸੀ, ਪਰ ਯਾਦ ਰੱਖੋ ਜਿਹੜੀ ਗੋਲੀ ਚਲਾਈ ਹੈ ਜਲਿਆਂਵਾਲੇ ਬਾਗ 'ਚ ਇਹ ਗੋਰਖਾ ਰੈਜੀਮੈਂਟ ਨੇ ਚਲਾਈ ਸੀ, ਜਿਹੜੇ ਹਿੰਦੂ ਹੈਗੇ ਹੈ, ਠੀਕ ਹੈ, ਉਹਦਾ ਜ਼ਿਕਰ ਆਉਣਾ ਚਾਹੀਦਾ ਹੈ। ਕਿਉਂ ਕਰਕੇ ਮੈਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ। ਨਾਨਾ ਜੀ ਨੇ ਸਰੋਪਾ ਦਿੱਤਾ ਸੀਗਾ ਡਾਇਰ ਨੂੰ, ਉਹਨੂੰ ਠੰਡਾ ਕਰਨ ਦੇ ਲਈ, ਕਿਉਂ ਕਰਕੇ ਬਰਤਾਨੀਆ ਦੀ ਸਰਕਾਰ ਜਲਿਆਂਵਾਲੇ ਬਾਗ ਦੇ ਉੱਤੇ ਬੰਬਬਾਰੀ ਕਰਨਾ ਚਾਹੁੰਦੀ ਸੀ। ਉਹਨਾਂ ਦਿਨਾਂ ਦੇ ਵਿੱਚ ਬੰਬ ਇੰਨੇ ਪ੍ਰੈਸੀਜਨ ਨਹੀਂ ਹੁੰਦੀ ਸੀਗੀ ਕਿ ਜਿੱਥੇ ਨਿਸ਼ਾਨਾ ਮਾਰੀਏ ਉੱਥੇ ਡਿੱਗ ਪੈਣੇ। ਦਰਬਾਰ ਸਾਹਿਬ ਦੇ ਵਿੱਚ ਜੇ ਡਿੱਗ ਜਾਂਦਾ ਸਿੱਖਾਂ ਦੀ ਆਫਤ ਆ ਜਾਣੀ ਸੀਗੀ। ਔਰ ਜਿਹੜਾ ਖਾਲਸਾ ਕਾਲਜ ਦਾ ਅੰਗਰੇਜ਼ ਪ੍ਰਿੰਸੀਪਲ ਸੀ ਉਸ ਨੇ ਮੇਰੇ ਨਾਨਾ ਜੀ ਨੂੰ ਕਿਹਾ ਕਿ ਤੁਸੀਂ ਡਾਇਰ ਨੂੰ ਠੰਡਾ ਕਰੋ ਜਿਹਦੇ ਨਾਲ ਇਹਨੂੰ ਸ਼ਾਂਤ ਹੋਵੇ। ਆਮ ਆਦਮੀ ਪਾਰਟੀ ਮਾਫੀ ਮੰਗੋ, ਕਾਹਦੇ ਲਈ ਮਾਫੀ ਮੰਗੋ? ਸੱਚਾਈ ਦੇ ਲਈ ਮਾਫੀ ਮੰਗ, ਸੱਚਾਈ ਦੇ ਲਈ ਮਾਫੀ ਮੰਗੀਏ। ਤੇ ਜਿਹੜਾ ਤੁਸੀਂ ਚੱਡੇ ਨੂੰ ਬਣਾਤਾ ਤੇ ਉੱਥੇ ਸਰਕਾਰ ਦਿੱਲੀ ਦੇ ਕੋਲੇ ਕਰਤੀ ਹੈ ਤੇ ਮੁੰਡੇ ਟੈਂਕੀਆਂ ਤੇ ਚੜੇ ਹੋਏ ਆ, ਉਹਨਾਂ ਤੋਂ ਮਾਫੀਆਂ ਕਰੋ, ਮੰਗੋ। ਜਿਹੜਾ ਕਿ ਇਹ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਹੈਗੇ, ਉਹਨਾਂ ਤੋਂ ਮਾਫੀ ਮੰਗੋ ਤੁਸੀਂ। ਤਾਂ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਆਪਣੇ ਬਿਆਨ ਤੇ ਕਾਇਮ ਨੇ। ਸ਼ਹੀਦ ਭਗਤ ਸਿੰਘ ਨੂੰ ਲੈ ਕੇ ਦਿੱਤੇ ਬਿਆਨ ਤੇ ਕਹਿ ਰਹੇ ਨੇ ਕਿ ਇਸ ਤੇ ਮਾਫੀ ਨਹੀਂ ਮੰਗਾਂਗਾ, ਕਿਸ ਬਿਆਨ ਤੇ ਮਾਫੀ ਮੰਗਾ, ਸੱਚ ਬੋਲਣ ਦੇ ਲਈ ਮਾਫੀ ਨਹੀਂ ਮੰਗਾਂਗਾ। ਉਧਰ ਆਪਣੇ ਨਾਨੇ ਨੂੰ ਲੈ ਕੇ ਫਿਰ ਤੋਂ ਹਮਾਇਤ ਉਹਨਾਂ ਨੇ ਕੀਤੀ ਹੈ। ਨਾਨੇ ਨੂੰ ਲੈ ਕੇ ਅਰੂੜ ਸਿੰਘ, ਨਾਨੇ ਦੀ ਚਰਚਾ ਜਿਹੜੀ ਹੋ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਨਾਨੇ ਨੇ ਦਰਬਾਰ ਸਾਹਿਬ ਨੂੰ ਬਚਾਉਣ ਦੇ ਲਈ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ। ਅਨਿਲ ਸਰੀਨ ਬੀਜੇਪੀ ਆਗੂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ। ਅਨਿਲ ਜੀ, ਕਿਵੇਂ ਦੇਖ ਰਹੇ ਹੋ? ਸਿਮਰਨਜੀਤ ਸਿੰਘ ਮਾਨ ਅੱਜ ਸਹੁੰ ਚੁੱਕਣ ਜਾ ਰਹੇ ਨੇ, ਲੇਕਿਨ ਕਈ ਬਿਆਨ ਉਹਨਾਂ ਨੇ ਫਿਰ ਤੋਂ ਦੁਹਰਾਏ ਨੇ। ਉਹਨਾਂ ਨੇ ਇਹ ਵੀ ਕਿਹਾ ਸਹੁੰ ਚੁੱਕਣ ਦੇ ਲਈ ਉਹ ਕਿਰਪਾਨ ਲੈ ਕੇ ਜਾਣਗੇ, ਲੇਕਿਨ ਜੇ ਇਜਾਜ਼ਤ ਨਾ ਦਿੱਤੀ ਗਈ ਤਾਂ ਇਹ ਸਿੱਖਾਂ ਦੇ ਨਾਲ ਔਰੰਗਜ਼ੇਬ ਵਰਗਾ ਜ਼ੁਲਮ ਹੋਏਗਾ। ਉਹਨਾਂ ਨੇ ਕਿਹਾ ਕਿ ਅਸੀਂ ਹਿੰਦੂਤਵਾ
ਸਰਕਾਰ ਦੇ ਗੁਲਾਮ ਇੱਥੇ ਹੈਗੇ ਆ ਤੇ ਇਹ ਸਿੱਖਾਂ ਦੇ ਨਾਲ ਬਹੁਤ ਵੱਡਾ ਜ਼ੁਲਮ ਹੋਏਗਾ। ਸ਼ਹੀਦ ਆਜ਼ਮ ਭਗਤ ਸਿੰਘ ਨੂੰ ਲੈ ਕੇ ਦਿੱਤੇ ਬਿਆਨ ਤੇ ਵੀ ਕਾਇਮ ਨੇ। ਆਪਣੇ ਨਾਨੇ ਅਰੂੜ ਸਿੰਘ ਨੂੰ ਲੈ ਕੇ ਜਿਹੜੀ ਚਰਚਾ ਹੋ ਰਹੀ ਹੈ ਉਸ ਤੇ ਵੀ ਉਹਨਾਂ ਨੇ ਕਿਹਾ ਕਿ ਜਨਰਲ ਡਾਇਰ ਦਾ ਉਸ ਵੇਲੇ ਗੁੱਸਾ ਸ਼ਾਂਤ ਕਰਨ ਦੇ ਲਈ ਸਰੋਪਾ ਦਿੱਤਾ ਸੀ ਤਾਂ ਕਿ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚੇ। ਮੈਂ ਸਮਝਦਾ ਹਾਂ ਕਿ ਸਿਮਰਜੀਤ ਸਿੰਘ ਮਾਨ ਦੇ ਉੱਤੇ ਕੋਈ ਵੀ ਟਿੱਪਣੀ ਕਰਨੀ ਜਿਹੜੀ ਹੈਗੀ ਹੈ ਉਹ ਬੇਫਜ਼ੂਲ ਹੈਗੀ ਹੈ। ਹੀ ਇਜ਼ ਅ ਮੈਂਟਲੀ ਸਿਕ ਪਰਸਨ। ਔਰ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਂ ਪਾਰਲੀਮੈਂਟ 'ਚ ਜਾ ਰਿਹਾ ਤੇ ਪਾਰਲੀਮੈਂਟ ਦੇ ਕੁਝ ਕਾਨੂੰਨ ਹੈਗੇ ਨੇ, ਕੁਝ ਕਾਇਦੇ ਹੈਗੇ ਨੇ। ਔਰ ਅੱਗੇ ਆਪਾਂ ਦੇਖਿਆ ਜਦੋਂ ਪਿਛਲੀ ਵਾਰ ਵੀ ਮੈਂਬਰ ਆਫ ਪਾਰਲੀਮੈਂਟ ਬਣੇ ਸੀਗੇ ਤਲਵਾਰ ਦੇ ਚੱਕਰ ਨੂੰ ਲੈ ਕੇ ਬੈਠੇ ਰਹੇ। ਠੀਕ ਹੈ ਨਾ। is not concerned about the problems of the people of his constituency. Is more concerned about is how he get TRP. ਔਰ ਜਿਸ ਤਰੀਕੇ ਨਾਲ ਇਹ ਆਪਣੇ ਦਰਬਾਰ ਸਾਹਿਬ ਦੀ ਗੱਲ ਕਰਦੇ ਨੇ, ਆਪਣੇ ਨਾਨਾ ਜੀ ਦੀ ਗੱਲ ਕਰਦੇ ਨੇ, ਔਰ ਇਸ ਬੰਦੇ ਉੱਤੇ ਅਸੀਂ ਟਿੱਪਣੀ ਕਰੀਏ ਜਿਸ ਦੇ ਨਾਨੇ ਨੇ ਜਨਰਲ ਡਾਇਰ ਨੂੰ, ਜਿਸ ਨੇ ਜਲਿਆਂਵਾਲਾ ਬਾਗ ਦਾ ਕਾਂਡ ਕੀਤਾ ਹੋਵੇ, ਹਜ਼ਾਰਾਂ ਜਿਹੜੇ ਹੈਗੇ ਨੇ ਬੇਗੁਨਾਹ ਸੁਤੰਤਰ ਸੈਨਾਨੀਆਂ ਉੱਤੇ ਗੋਲੀਆਂ ਚਲਾਈਆਂ ਹੋਣ, ਉਹਨੂੰ ਸਨਮਾਨ ਕਰਨ ਵਾਲੇ ਦੇ ਪਰਿਵਾਰ ਦੇ ਸਦੱਸਿਆਂ ਉੱਤੇ ਕੋਈ ਟਿੱਪਣੀ ਕਰਨੀ ਜਿਹੜੀ ਹੈਗੀ ਮੈਂ ਸਮਝਦਾ ਕਿ ਇਹ ਵੀ ਬੇਫਜ਼ੂਲ ਹੈਗੀ ਹੈ। ਅਨਿਲ ਸਰੀਨ ਜੀ ਸੰਵਿਧਾਨ ਦਾ ਹਵਾਲਾ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਬੇਟੇ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ। ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਹੈ ਕਿ ਸੰਵਿਧਾਨ ਅਲਾਓ ਕਰਦਾ ਹੈ ਕਿਰਪਾਨ ਲਿਜਾਣੀ, ਕੈਰੀ ਕਰਨੀ ਵੀ ਅਲਾਓ ਕਰਦਾ ਹੈ। ਪਹਿਲਾਂ ਉਹਨਾਂ ਨੇ ਪੁੱਛੋ ਕਿ ਉਹ ਸੰਵਿਧਾਨ ਮੰਨਦੇ ਹਿੰਦੁਸਤਾਨ ਦਾ? ਜੇ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦੇ ਨੇ ਸਿਮਰਜੀਤ ਸਿੰਘ ਮਾਨ ਤੇ ਫਿਰ ਭਗਤ ਸਿੰਘ ਦੇ ਉੱਤੇ ਟਿੱਪਣੀ ਕਰਨੀ ਕੀ ਜਾਇਜ਼ ਹੈ? ਜੀ ਲੱਖਾਂ ਕਰੋੜਾਂ ਲੋਕਾਂ ਦੇ ਆਸਥਾ ਦਾ ਕਹਿ ਲੋ ਇੱਕ ਇੰਸਪੀਰੇਸ਼ਨ ਹੈਗੇ ਸ਼ਹੀਦ ਆਜ਼ਮ ਭਗਤ ਸਿੰਘ, ਔਰ ਉਹਨਾਂ ਨੂੰ ਟੈਰਰਿਸਟ ਕਹਿੰਦੇ ਇਹੋ ਜਿਹੇ ਬੰਦੇ ਨੂੰ ਤੁਸੀਂ ਕੀ ਹੋਗੇ? ਇਸ ਮੈਂਟਲੀ ਹੀ ਨੀਡਸ ਟੂ ਬੀ ਸਮ ਡਾਕਟਰੀ ਐਡਵਾਈਸ ਚਾਹੀਦੀ ਹੈ ਇਹਨਾਂ ਵਾਸਤੇ। ਉਹਨਾਂ ਦੇ ਬੇਟੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਥੋੜੀ ਦੇਰ ਪਹਿਲਾਂ। ਉਹਨਾਂ ਦਾ ਕਹਿਣਾ ਸੀ ਕਿ ਭਗਤ ਸਿੰਘ ਨੇ ਜਿਸ ਤਰੀਕੇ ਦੇ ਨਾਲ ਬੰਬ ਸਿੱਟਿਆ ਪਾਰਲੀਮੈਂਟ ਦੇ ਵਿੱਚ, ਕੀ ਅਸੀਂ ਆਪਣੇ ਫਾਲੋਅਰਸ ਨੂੰ, ਆਪਣੇ ਸਪੋਰਟਰਸ ਨੂੰ ਇਹ ਸਲਾਹ ਦਈਏ ਕਿ ਇਸ ਕਿਸਮ ਦੀਆਂ ਕਾਰਵਾਈਆਂ ਕਰੋ? ਦੇਖੋ ਇਹ ਸਿਰਫ ਬੇਤੁਕੀਆਂ ਗੱਲਾਂ ਕਰ ਰਹੇ ਨੇ ਜੀ। ਮੈਨੂੰ ਇੱਕ ਚੀਜ਼ ਦੱਸੋ ਕਿ ਜੇ ਕੱਲ ਨੂੰ ਸਾਡੀ ਜਿਹੜੀ ਫੌਜ ਹੈਗੀ ਹੈ ਪਾਕਿਸਤਾਨੀਆਂ ਉੱਤੇ ਗੋਲੀ ਚਲਾਏਗੀ, ਸਾਡੇ ਦੇਸ਼ ਦੇ ਅੰਗਰੇਜ਼ ਸਾਡੇ ਦੇਸ਼ ਦੇ ਦੁਸ਼ਮਣ ਸਨ, ਸਾਡੇ ਦੇਸ਼ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ ਜੀ, ਆਜ਼ਾਦੀ ਦੀ ਲੜਾਈ ਲੜ ਰਹੇ ਸਨ ਸਾਡੇ ਸੁਤੰਤਰ ਸੈਨਾਨੀ। ਇਹ ਉਹਨਾਂ ਦਾ ਮੁਕਾਬਲਾ ਕਰਨ ਕਿਸੇ ਆਮ ਸਧਾਰਨ ਵਿਅਕਤੀਆਂ ਨਾਲ ਮੁਕਾਬਲਾ ਕਰਦੇ ਨੇ? ਕਿਆ ਮਜ਼ਾਕ ਹੈ ਇਹਦਾ? ਮੈਂ ਤੇ ਇਹਨਾਂ ਦੀ ਸੋਚ ਉੱਤੇ ਤਰਸ ਆਉਂਦਾ ਹੈਗਾ ਜੀ। ਸਿਰਫ ਔਰ ਸਿਰਫ ਆਪਣੇ ਆਪ ਨੂੰ ਨਿਊਜ਼ ਰੱਖਣ ਵਾਸਤੇ, ਆਪਣੀ ਪਬਲਿਸਿਟੀ ਵਾਸਤੇ ਅਨਾਪ ਸ਼ਨਾਪ ਬੋਲਦੇ ਨੇ ਤਾਂ ਕਿ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਣੇ ਰਹੀਏ। ਔਰ ਮੈਂ ਸਮਝਦਾ ਕਿ ਦੇਸ਼ ਦਾ ਦੁਰਭਾਗਿਆ ਹੈ ਕਿ ਸਿਮਰਜੀਤ ਸਿੰਘ ਮਾਨ ਵਰਗਾ ਬੰਦਾ ਜਿਹੜਾ ਹੈਗਾ ਵਾ ਪਾਰਲੀਮੈਂਟ 'ਚ ਜਾ ਰਿਹਾ ਹੈ ਔਰ ਲੋਕਾਂ ਨੇ ਉਸ ਨੂੰ ਵੋਟ ਪਾਈ। ਮੈਂ ਤੇ ਇਸ ਗੱਲ ਤੇ ਬਹੁਤ ਦੁੱਖ ਪ੍ਰਗਟ ਕਰਦਾ ਹੈਗਾ, ਇਹਦੀ ਸੋਚ ਉੱਤੇ ਦੁੱਖ ਪ੍ਰਗਟ ਕਰਦਾ ਜੀ। ਲੇਕਿਨ ਉਹਨਾਂ ਨੇ ਕਿਹਾ ਉਹ ਮਸਲੇ ਵੀ ਚੁੱਕਣਗੇ, ਲੋਕਾਂ ਦੇ, ਆਪਣੀ ਕਨਸਟੀਟਿਊਐਂਸੀ ਦੇ ਮਸਲੇ ਵੀ ਚੁੱਕਣਗੇ ਪਾਰਲੀਮੈਂਟ ਦੇ ਵਿੱਚ। ਚੱਕਰੀ ਚਾਹੀਦੀ ਨੇ ਕਿ ਮੈਂਬਰ ਆਫ ਪਾਰਲੀਮੈਂਟ ਦੀ ਡਿਊਟੀ ਹੈਗੀ ਹੈ ਜੀ। ਜਿਸ ਸੰਵਿਧਾਨ ਦੀ ਸਹੁੰ ਚੱਕ ਕੇ ਉਹਨੇ ਮੈਂਬਰ ਦੀ ਸਹੁੰ ਚੱਕਣੀ ਹੈ, ਕਮ ਸੇ ਕਮ ਉਹਦੇ ਪ੍ਰਤੀ ਤੇ ਆਨੈਸਟ ਹੋ ਜਾਣ ਜੀ। ਜਿਹੜਾ ਬੰਦਾ ਸੰਵਿਧਾਨ ਦੇ ਪ੍ਰਤੀ ਆਨੈਸਟ ਨਹੀਂਗਾ, ਦੇਸ਼ ਦੇ ਪ੍ਰਤੀ ਆਨੈਸਟ ਨਹੀਂਗਾ, ਆਪਣੇ ਲੋਕਾਂ ਦੇ ਪ੍ਰਤੀ ਆਨੈਸਟ ਨਹੀਂਗਾ, ਉਹਦੇ ਉੱਤੇ ਟਿੱਪਣੀ ਕਰਨੀ ਮੈਂ ਕਹਿੰਦਾ ਫਜ਼ੂਲ ਹੈਗੀ ਹੈ। ਇਹ ਸਿਰਫ ਆਪਣੇ ਆਪ ਨੂੰ ਚਰਚਾ 'ਚ ਬਣਾਉਣ ਵਾਸਤੇ, ਲਾਈਮਲਾਈਟ 'ਚ ਰੱਖਣ ਵਾਸਤੇ ਹਰ ਕੰਟਰੋਵਰਸ਼ੀਅਲ ਦੀ ਸਟੇਟਮੈਂਟ ਹੈਗੀ ਹੈ। ਸਵਾਏ ਇਸ ਦੇ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਜੀ। ਚਲੋ ਸ਼ੁਕਰੀਆ ਅਨਿਲ ਜੀ ਸਾਡੇ ਨਾਲ ਜੁੜਨ ਦੇ ਲਈ। ਅਨਿਲ ਸਰੀਨ ਬੀਜੇਪੀ ਆਗੂ ਕਹਿ ਰਹੇ ਨੇ ਕਿ ਟਿੱਪਣੀਆਂ ਜਿਹੜੀਆਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਆਪਣੇ ਆਪ ਨੂੰ ਖਬਰਾਂ ਦੇ ਵਿੱਚ, ਚਰਚਾ ਦੇ ਵਿੱਚ ਰੱਖਣ ਦੇ ਲਈ ਹੋ ਰਹੀਆਂ ਨੇ। ਸਿਮਰਨਜੀਤ ਸਿੰਘ ਮਾਨ ਨੇ ਅੱਜ ਸਹੁੰ ਚੁੱਕਣੀ ਹੈ ਮੈਂਬਰ ਪਾਰਲੀਮੈਂਟ ਦੇ ਵਜੋਂ, ਅੱਜ ਹਲਫ ਲੈਣਗੇ ਤੇ ਅੱਜ ਕਿਰਪਾਨ ਵੀ ਲੈ ਕੇ ਜਾਣਗੇ। ਉਹਨਾਂ ਨੇ ਕਿਹਾ ਜੇ ਲਿਜਾਣ ਦਿੱਤੀ ਤਾਂ ਲੈ ਕੇ ਜਾਵਾਂਗੇ, ਨਹੀਂ ਤਾਂ ਇਹ ਸਿੱਖਾਂ ਦੇ ਉੱਤੇ ਜ਼ੁਲਮ ਹੈ।